ਜਿਹਨੂੰ ਤੁਸੀਂ ਅੰਨਦਾਤਾ ਕਹਿੰਦੇ ਹੋ, ਅੰਨਦਾਤਾ ਗਲ ਤੇ ਉੱਤੋਂ ਕਹਿੰਦੇ ਹੋ, ਉਹਨੂੰ ਇੱਥੇ ਤੁਸੀਂ ਟਰਾਲੀਆਂ 'ਚ ਸੁਤਾਇਆ ਹੋਇਆ। ਸਾਡੇ ਲਈ ਮੋਦੀ ਕੋਲ ਸਮਾਂ ਨਹੀਂ। ਕੱਲ ਅੰਬਾਨੀਆਂ ਦੇ ਪਰਿਵਾਰ ਵਿੱਚ ਪੋਤਾ ਹੋਇਆ, ਮੋਦੀ ਭੱਜ ਕੇ ਉਹਨਾਂ ਦੇ ਘਰ 'ਚ ਚਲਾ ਗਿਆ, ਉਹਦੇ ਸੰਮੇਲਨ 'ਚ ਗਿਆ, ਉੱਥੇ ਕਹਿ ਕੇ ਆਇਆ ਇਹ ਕਾਨੂੰਨ ਵਾਪਸ ਨਹੀਂ ਹੋਣੇ। ਤੇ ਮੈਂ ਉਹਨੂੰ ਕਹਿ ਦੇਣਾ ਚਾਹੁੰਦਾ, ਜਦੋਂ ਤੁਸੀਂ ਵਾਪਸ ਨਹੀਂ ਹੁੰਦੇ ਅਸੀਂ ਇੱਥੋਂ ਵਾਪਸ ਨਹੀਂ ਜਾਣਾ। ਪੈਸਾ ਤੁਹਾਡਾ ਲੈ ਗਏ ਹੋ, ਔਰ ਇਹ ਅੰਦੋਲਨ ਹੁਣ ਪੰਜਾਬ ਔਰ ਹਰਿਆਣੇ ਤੱਕ ਸੀਮਤ ਨਹੀਂ ਰਿਹਾ। ਪਰ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ, ਇਸ ਅੰਦੋਲਨ ਦਾ ਆਧਾਰ ਪੰਜਾਬ ਹੈ। ਕੋਈ ਮੋਦੀ ਨੇ ਇਹ ਗਿਣਮਿਤ ਕੇ ਇੱਕ ਵੱਡੀ ਗਲਤੀ ਕੀਤੀ ਹੈ। ਮੈਂ ਸਮਝਦਾ ਸਾਡੀ ਬਦਕਿਸਮਤੀ ਹੈ, ਇਸ ਦੇਸ਼ ਨੂੰ ਜਿੰਨੇ ਸੋਮੇ ਬਖਸ਼ੇ ਉਨੀ ਗੰਦੀ ਲੀਡਰਸ਼ਿਪ ਸਾਨੂੰ ਬਖਸ਼ ਦਿੱਤੀ। ਹਰ ਕਰਕੇ ਸਰਕਾਰ ਚਾਹੇ ਜਿਹਦੀ ਮਰਜ਼ੀ ਹੋਵੇ, ਯਾਦ ਰੱਖਿਓ ਮੇਰੀ ਗੱਲ, ਉਹ ਲੋਕਾਂ ਨੂੰ ਭੇਡਾਂ ਸਮਝਣ ਲੱਗ ਪਏ ਨੇ ਪੋਲੀਟੀਸ਼ੀਅਨ। ਮੈਂ ਫਲਾਣੀ ਜਥੇਬੰਦੀ ਤੋਂ ਆਇਆ, ਮੈਂ ਫਲਾਣੀ ਜਥੇਬੰਦੀ ਤੋਂ ਆਇਆ, ਔਰ ਤੁਸੀਂ ਹੈਰਾਨ ਹੋਵੋਗੇ, ਡਿਸਿਪਲਿਨ ਦੀ ਗੱਲ ਕਰਦਾ। ਮੇਰੇ ਕੋਲ ਪੰਜਾਬ ਦੇ ਰਿਟਾਇਰਡ 70 IAS ਤੇ IPS ਅਫਸਰਾਂ ਦਾ ਇਸ ਅੰਦੋਲਨ ਲਈ ਸਮਰਥਨ, ਉਹਦੀਆਂ ਚਿੱਠੀਆਂ ਮੇਰੇ ਕੋਲ ਆਈਆਂ। ਕੱਲ ਉਹ ਸਾਰਾ ਦਿਨ ਇੱਥੇ ਰਹੇ, ਸਟੇਜ ਤੇ ਆ ਕੇ ਟਾਈਮ ਨਹੀਂ ਮੰਗਿਆ। ਸਾਰੀ ਜ਼ਿੰਦਗੀ ਸਰਕਾਰਾਂ ਚਲਾਈਆਂ, ਪਰ ਉਹਨਾਂ ਨੂੰ ਡਿਸਿਪਲਿਨ ਦਾ ਪਤਾ ਸੀ। ਉਹ ਇੱਥੇ ਆ ਕੇ ਇੱਕ ਜਗ੍ਹਾ ਬੈਠੇ ਰਹੇ, ਜਦੋਂ ਤੱਕ ਮੈਂ ਵਾਪਸ ਨਹੀਂ ਆਇਆ ਵੇਟ ਕਰਦੇ ਰਹੇ, ਔਰ ਬਿਰਧ ਹੋ ਕੇ ਵੀ ਆਪਣੀ ਸਮਰਥਨ ਦੀਆਂ ਚਿੱਠੀਆਂ ਦੇ ਕੇ ਇੱਥੋਂ ਰਾਤ ਨੂੰ ਵਾਪਸ ਗਏ। ਤੋ ਜਿਹੜੇ ਕੁਝ ਵੀਰ ਆ ਕੇ ਇੱਥੇ ਕਹਿੰਦੇ ਨੇ ਜੀ ਮੈਂ ਪਤਾ ਨਹੀਂ ਕਿਸ ਜਥੇਬੰਦੀ ਦਾ, ਏਡੀ ਵੱਡੀ ਸਟੇਜ ਹੈ, ਕੌਮੀ ਸਟੇਜ ਹੈ, ਜਿਹਨੂੰ ਸਾਰੀ ਦੁਨੀਆ ਜਿਹਦੇ ਤੇ ਇਸ ਸਟੇਜ ਤੇ ਅੱਖ ਰੱਖਦੀ ਹੈ। ਕੱਲ ਬੈਲਜੀਅਮ ਦੀ ਰਾਜਧਾਨੀ ਬ੍ਰਸਲ 'ਚ ਸਾਰੇ ਯੂਰਪ ਦੇ ਤੁਹਾਡੇ ਭਾਈ, ਤੁਹਾਡਾ ਭਾਈਚਾਰਾ ਵੱਡੀ ਗਿਣਤੀ 'ਚ ਇਕੱਠਾ ਹੋਇਆ। ਮੇਰੇ ਨਾਲ ਫੋਨ ਤੇ ਉਹਨਾਂ ਨੇ ਉਹ ਸਾਰੇ ਭਾਈਚਾਰੇ ਨੂੰ ਮੈਸੇਜ ਦਿੱਤਾ। ਉਹਨਾਂ ਨੇ ਮੈਨੂੰ ਦੱਸਿਆ ਬਈ ਸਰਕਾਰ ਇੰਨੀ ਘਬਰਾਈ ਹੈ, ਅਸੀਂ ਫਰਾਂਸ ਦੀ ਅੰਬੈਸੀ 'ਚ ਗਏ, ਉਹਨਾਂ ਨੇ ਮੈਮੋਰੰਡਮ ਲੈਣ ਤੋਂ ਇਨਕਾਰ ਕਰ ਦਿੱਤਾ। ਅਸੀਂ ਜਰਮਨੀ ਦੀ ਅੰਬੈਸੀ 'ਚ ਗਏ, ਉਹਨਾਂ ਨੇ ਮੈਮੋਰੰਡਮ ਲੈਣ ਤੋਂ ਇਨਕਾਰ ਕਰ ਦਿੱਤਾ। ਅਸੀਂ ਇੰਗਲੈਂਡ ਦੀ ਅੰਬੈਸੀ 'ਚ ਗਏ, ਉਹਨਾਂ ਨੇ ਮੈਮੋਰੰਡਮ ਲੈਣ ਤੋਂ ਇਨਕਾਰ ਕਰ ਦਿੱਤਾ। ਹੁਣ ਅਸੀਂ ਜਨੇਵਾ ਵਿੱਚ ਜਾ ਕੇ ਤੁਹਾਡੇ ਹੱਕ ਵਿੱਚ UNO ਦੇ ਅੱਗੇ ਮੁਜ਼ਾਹਰਾ ਕਰਨ ਵਾਲੇ ਹਾਂ। ਤੋ ਇਹਦੇ ਤੇ ਅੱਖਾਂ ਸਾਰੀ ਦੁਨੀਆ ਦੀਆਂ ਲੱਗੀਆਂ ਹੋਈਆਂ, ਔਰ ਇਹ ਅੰਦੋਲਨ ਹੁਣ ਪੰਜਾਬ ਔਰ ਹਰਿਆਣੇ ਤੱਕ ਸੀਮਤ ਨਹੀਂ ਰਿਹਾ। ਪਰ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ, ਇਸ ਅੰਦੋਲਨ ਦਾ ਆਧਾਰ ਪੰਜਾਬ ਹੈ। ਆ ਜਿਹੜੇ ਲਾਈਨ 'ਚ ਬੈਠੇ ਆਗੂ ਨੇ, ਉਹ ਆਧਾਰ ਤਿਆਰ ਕਰਨ ਵਾਲੀ ਫੌਜ ਹੈ। ਆਧਾਰ ਤਾਂ ਰਹੇਗਾ ਉਹੀ, ਪਰ ਕਿਉਂਕਿ ਇਹ ਮਸਲਾ ਸਾਰੇ ਦੇਸ਼ ਦਾ ਹੈ, ਕਿਉਂਕਿ ਇਹ ਕਾਨੂੰਨ ਸਾਰੇ ਦੇਸ਼ ਤੇ ਲਾਗੂ ਹੋਣੇ ਨੇ, ਇਹ ਮਸਲਾ ਇਹੋ ਜਿਹਾ ਹੈ ਜਿਹਦੇ ਤੇ ਸਮੁੱਚੀ ਕਿਸਾਨੀ ਦਾ ਭਵਿੱਖ ਖੜਾ ਹੈ। ਇਸ ਕਰਕੇ ਅੱਜ ਇਹ ਸਾਰੇ ਦੇਸ਼ ਦਾ ਅੰਦੋਲਨ ਬਣ ਗਿਆ, ਸਾਰੇ ਇੰਟਰਨੈਸ਼ਨਲ ਲੈਵਲ ਦਾ ਅੰਦੋਲਨ ਬਣ ਗਿਆ। ਮੈਂ ਤੁਹਾਨੂੰ, ਤੁਸੀਂ ਉਤਸੁਕ ਹੋਵੋਗੇ ਜਾਣਨ ਲਈ ਵੀ ਅੱਜ ਦੀ ਸਥਿਤੀ ਕੀ ਹੈ। ਬਹੁਤ ਵਾਰੀ ਤੁਹਾਨੂੰ ਪੂਰਾ ਐਕਸਪਲੇਨ ਕੀਤਾ ਹੈ ਵੀ ਮੋਦੀ ਨੇ ਇਹ ਗਿਣਮਿਤ ਕੇ ਇੱਕ ਵੱਡੀ ਗਲਤੀ ਕੀਤੀ ਹੈ। ਤੇ ਤੁਹਾਡੀ ਜਾਣਕਾਰੀ ਲਈ ਦੱਸਾਂ, ਸਾਡੇ ਲਈ ਮੋਦੀ ਕੋਲ ਸਮਾਂ ਨਹੀਂ। ਕੱਲ ਅੰਬਾਨੀਆਂ ਦੇ ਪਰਿਵਾਰ ਵਿੱਚ ਪੋਤਾ ਹੋਇਆ, ਮੋਦੀ ਭੱਜ ਕੇ ਉਹਨਾਂ ਦੇ ਘਰ 'ਚ ਚਲਾ ਗਿਆ ਵਧਾਈ ਦੇਣ। ਮੋਦੀ ਫਿੱਕੀ ਜਿਹੜੀ ਇੰਡਸਟਰੀ ਵਾਲਿਆਂ ਦੀ, ਕਾਰਪੋਰੇਟ ਹਾਊਸਿਸ ਦੀ ਜਥੇਬੰਦੀ ਹੈ, ਉਹਦੇ ਸੰਮੇਲਨ 'ਚ ਗਿਆ, ਉੱਥੇ ਕਹਿ ਕੇ ਆਇਆ ਇਹ ਕਾਨੂੰਨ ਵਾਪਸ ਨਹੀਂ ਹੋਣੇ। ਤੇ ਮੈਂ ਉਹਨੂੰ ਕਹਿ ਦੇਣਾ ਚਾਹੁੰਦਾ, ਜਦੋਂ ਤੁਸੀਂ ਵਾਪਸ ਨਹੀਂ ਹੁੰਦੇ ਅਸੀਂ ਇੱਥੋਂ ਵਾਪਸ ਨਹੀਂ ਜਾਣਾ।
एडी शरारत नाल पाप किया गया है। 4 दिन पहला मोदी के 2 मंत्रियों ने प्रेस कॉन्फ्रेंस च मन ली गल जी अगे नहीं सी मनते। उन्होंने कहा बस ये व्यापार वास्ते कानून बनाया, असी ये कानून संविधान की कंकरेंट लिस्ट की 33वीं आइटम के उत्ते निर्धारित बनाया। असी उन्होंने उदों भी कहा सी कंकरेंट लिस्ट की 33वीं आइटम विच फूड स्टफ जरूर है, पर असी फूड स्टफ तो पैदा ही नहीं करते, असी तो फूड ग्रेन पैदा करते हैं। फूड स्टफ होंदा है, तुसी कणक पैदा की, कणक फूड ग्रेन है, आटा फूड स्टफ है। तुसी झोना पैदा किया, झोना फूड ग्रेन है, तो चावल प्रोसैसिंग तो बाद जब निकलता है वो फूड स्टफ है। इस तरह हर चीज़ जिहड़ी असी पैदा करते हैं जदों प्रोसैस हो जाती है वो फूड स्टफ होंदी है। असल विच मैं सारा इहदा विस्तार पढ़ रहा सी। 1954 विच संविधान बनने तो बाद 1954 च पहली बारी पार्लीमेंट च इस विषय पर बहस हुई। उदों इंडस्ट्री ने दबाव पाया भाई साडे लई ये एंट्री 7th शेड्यूल च पाई जाए। बहुत शोर हो गया पार्लीमेंट च। टी कृष्णमचारी उस वेले दे वणज मंत्री सन देश के। बहुत शोर तो बाद एक जॉइंट पार्लीमेंटरी कमेटी बन गई, JPC बन गई। वो कमेटी का आपो विच ही एक सुर नहीं हुए मैंबर। बहुत शोरो गुल तो बाद सरकार को एक मैंबर वध सी, 8 और 7 की वोटिंग नाल ये एंट्री पास हो गई और पास हुई सिर्फ 5 साल लई। उहदे च कहा गया भी खेती राज्यों का विषय, ये बहुता समा दखल नहीं दे सकते। जे इंडस्ट्री नूं कुछ समय लिए मदद देनी है तो टैंपरेरीली 5 साल दे विच देना इन्होंने दे दो, उसके बाद ये एंट्री फिर खत्म हो जाए। पर समय दियां सरकारां ने यदी म्याद बढ़ा के अज तक लाए। पर मैं कल दिल्ली कुछ कॉन्स्टिट्यूशन के वकीलों नाल गल कर रहा सी। मैं जो उन्होंने ये दसिया भी ये फूड स्टफ है, असी तो फूड ग्रेन पैदा करते हैं, वो बहुत कन्विंस हुए हाँ बिल्कुल दुरुस्त है, एक खेती का कानून ये फूड स्टफ के उत्ते नहीं बन सकता, ये नहीं खड़ता। हुण गल सिर्फ इत्थे खड़ी है भाई मोदी सरकार अड़ी है भी असी कानून बनाता, असी गलत बनाता, असी ठीक बनाता, साडे कोलों जिन्नियां सोधां करवाउणियां करा लो, ये कानून नूं जिन्ना नकारा बनाउणा बना लो, ये एक पासे पिया रहू, असी लागू नहीं करांगे ना कहो। पर मैनू एक डर लगता है जे इनू वापस लैण नूं नहीं कहंदे। मैनू एक वड्डी अखबार के मालिक का एक फोन आया, उन्हें मैनू कहा राज्यपाल साहब होर की चाहते हो, तुहाडी मंग 100% मनी गई, जदों सब कुछ वो बदलने नूं तैयार ने, तुसीं क्यों अड़े हो? तो मैं उन्होंने कहा बई भरा अड़े नहीं, असी अपनी गल ते खड़े हाँ, अड़े नहीं, अपनी गल ते खड़े हाँ। जे असी ये सोधा मन लईआं तां टेढ़े ढंग नाल असी सरकार दा खेती प्रति कानून बनाउण दा अधिकार मन लिया। अज आ 3 कानून ने इन्हां नूं सोधा करके नकम्मे कर दो मोदी सरकार, कल नूं 10 आउणगे, उदों कौन रोकेगा? अज तक खेती विच किसी सरकार ने खेती खेतर विच दखल नहीं दिता। खेती केंद्र सरकार का विषय ही नहीं। ये लोग जिहड़े संविधान की सौं खा के संविधानिक अहुदियां ते बैठे ने, अज खुद संविधान दीयां धज्जियां उड़ा रहे हैं। असी ताकत बख्शती ना, साडा कसूर यह है असी कोई पोलिटिकल पार्टी नहीं, असी लोग हाँ। लोगों ने वोट दे के इन्हां नूं ताकत बख्श दी, उस ताकत नाल सरकारी मशीनरी सारी इन्हां दे मतहत हो गई, सारियां फोर्सिस इन्हां दे मतहत हो गई। असी अंबानी अडानी नहीं,
ਟਾਟਾ ਬਿਰਲਾ ਨਹੀਂ। ਇਸ ਕਰਕੇ ਸਾਡੇ ਬੱਚਿਆਂ ਨੂੰ ਰੁਜ਼ਗਾਰ ਲਈ ਫੌਜਾਂ 'ਚ, ਪੁਲਿਸ 'ਚ, ਪੈਰਾਮਿਲਟਰੀ ਫੋਰਸ 'ਚ ਭਰਤੀ ਹੋਣਾ ਪੈਂਦਾ ਹੈ। ਤੇ ਇਹਨਾਂ ਲੋਕਾਂ ਨੂੰ, ਇਹਨਾਂ ਦੇ ਬੱਚਿਆਂ ਨੂੰ ਉੱਥੇ ਭਰਤੀ ਹੋਣ ਦੀ ਲੋੜ ਨਹੀਂ। ਮੈਂ ਇੱਕ ਗੱਲ ਤੁਹਾਨੂੰ ਹੋਰ ਸਪਸ਼ਟ ਕਰ ਦਿਆਂ, ਇੱਕ ਖੇਡ ਹੈ ਜਿਹੜੀ ਸਾਨੂੰ ਨਹੀਂ ਆਉਂਦੀ। ਪਤਾ ਨਹੀਂ ਮੇਰੀ ਇਹ ਗੱਲ ਨੂੰ ਕਿੰਨਾ ਕੁ ਤੁਸੀਂ ਸਮਝ ਸਕੋਗੇ। ਪੋਲੀਟੀਸ਼ੀਅਨ ਜਿਹੜਾ ਟੌਪ ਤੇ ਗਿਆ, ਉਹ ਜਿਹੜਾ ਟੌਪ ਤੇ ਪਹੁੰਚ ਗਿਆ, ਬਿਊਰੋਕਰੇਟ ਉਹ, ਤੇ ਕਾਰਪੋਰੇਟ, ਇਹਨਾਂ ਦੀ ਇੱਕ ਖੇਡ ਹੈ ਜਿਹੜੀ ਲੋਕਾਂ ਨੂੰ ਬਾਹਰ ਨਹੀਂ ਪਤਾ। ਅੱਜ ਅੰਬਾਨੀ ਇੱਕ ਨਵੀਂ ਕੰਪਨੀ ਬਣਾ ਲੈਂਦਾ ਹੈ, ਸਰਕਾਰ ਕਹਿੰਦੀ ਹੈ ਠੀਕ ਹੈ ਤੂੰ ਕੰਪਨੀ ਬਣਾ ਲੈ, ਤੈਨੂੰ ਮਨਜ਼ੂਰੀ ਦੇ ਦਿੱਤੀ, ਹੁਣ ਇਹਦੀ ਸ਼ੇਅਰ ਮਨੀ ਇਕੱਠੀ ਕਰ ਲੈ। ਸ਼ੇਅਰ ਮਨੀ ਇਕੱਠੀ ਕਰਨ ਵਾਸਤੇ ਉਹਨੂੰ ਸ਼ੇਅਰ ਫਲੋਟ ਕਰ ਦਿੰਦਾ ਮਾਰਕੀਟ 'ਚ। ਤੁਸੀਂ ਆਮ ਲੋਕ ਜਿਹੜੇ ਸ਼ਹਿਰਾਂ 'ਚ ਮੁਲਾਜ਼ਮ ਨੇ, ਬਹੁਤੇ ਖਾਸ ਤੌਰ ਤੇ ਇਹ ਆ ਛੋਟੀਆਂ ਦੁਕਾਨਾਂ ਕਰਦੇ, ਉਹਨਾਂ ਨੂੰ ਇੱਕ ਭੂਸਾ ਹੈ, ਉਹ ਸ਼ੇਅਰ ਖਰੀਦਦੇ ਨੇ, ਉਹ ਸ਼ੇਅਰ ਖਰੀਦਣ ਦਾ ਵਪਾਰ ਹੀ ਕਰਦੇ ਨੇ। ਉਹ ਸ਼ੇਅਰ ਖਰੀਦ ਕੇ ਇੱਕ ਕੰਪਨੀ ਨੇ ਫਰਜ਼ ਕਰ ਲਓ 5000 ਕਰੋੜ ਰੁਪਈਆ ਸ਼ੇਅਰ ਮਨੀ ਇਕੱਠੀ ਕਰ ਲਈ। ਉਹ 5 ਕਰੋੜ ਰੁਪਈਆ ਤਾਂ ਲੋਕਾਂ ਦਾ ਹੈ ਨਾ, ਮਾਲਕ ਬਣ ਗਏ ਕਾਰਪੋਰੇਟ, ਉਹਨਾਂ ਦੀ ਕੰਪਨੀ ਦਾ। ਫਿਰ ਸਰਕਾਰ ਦਾ ਇੱਕ ਫਾਰਮੂਲਾ ਹੈ ਵੀ ਜੇ 5000 ਕਰੋੜ ਤੇ ਇਕੱਠਾ ਕਰ ਲਿਆ, ਤੂੰ 50000 ਕਰੋੜ ਲੋਨ ਲੈ ਸਕਦਾ ਹੈ। 50000 ਕਰੋੜ ਜਿਹੜਾ ਲੋਨ ਲਓ ਵੀ ਤੁਹਾਡਾ ਪੈਸਾ ਨਾ, ਉਹਦਾ ਤਾਂ ਹੈ ਨਹੀਂ, ਲੋਨ ਦੇਤਾ। ਜੇ ਤਾਂ ਇੰਡਸਟਰੀ ਚੱਲ ਗਈ ਵਧੀਆ, ਫਿਰ ਤਾਂ ਹਮ ਮਾਲਕ ਹੈ, ਤੇ ਜੇ ਹੋ ਗਈ ਫੇਲ ਜਾਂ ਕੋਈ ਹੋਰ ਮੰਦਭਾਵਨਾ ਹੋ ਗਈ ਵੀ ਇਹਦੇ ਵਿੱਚੋਂ ਛੇਤੀ ਪੈਸੇ ਕਮਾਉਣੇ ਨੇ, ਫਿਰ ਉੱਪਰਲਿਆਂ ਨੂੰ ਕਹਿੰਦੇ ਨੇ ਇਹਨੂੰ NPA 'ਚ ਪਾ ਦਿਓ। ਉਹ ਕਹਿੰਦੇ ਲਿਆ ਇੱਕ ਫਾਰਮੂਲਾ ਹੈ, ਲੋਨ 50000 ਕਰੋੜ ਦਾ ਨਾ, ਉਹ 'ਚੋਂ 30000 ਕਰੋੜ NPA 'ਚ ਪਾ ਦੇਣੇ, ਕੁਛ ਤੋਂ ਮੋੜ ਦੇ। 30000 ਕਰੋੜ NPA 'ਚ ਪਾਉਣ ਨੂੰ ਸਭ ਤੋਂ ਉੱਪਰ ਬੈਠੇ ਗੁਰੂ ਘੰਟਾਲ ਦਾ ਇੱਕ ਹਿੱਸਾ, ਕਾਮਰਸ ਮਿਨਿਸਟਰ ਦਾ ਇੱਕ ਹਿੱਸਾ, ਬਿਊਰੋਕਰੇਸੀ ਦਾ ਇੱਕ ਹਿੱਸਾ, ਉਹਨਾਂ ਦਾ ਹਿੱਸਾ ਦੇ ਕੇ ਬਾਕੀ ਸਾਰੀ ਅਮਾਉਂਟ NPA ਚਲੀ ਗਈ। ਪੈਸਾ ਤੁਹਾਡਾ ਲੈ ਗਏ ਉਹ, ਕੋਲੋਂ ਕੀ ਲਾਇਆ? ਸਿਫਰ। ਘਰੋਂ ਇੱਕ ਧੇਲਾ ਨਹੀਂ ਲਾਇਆ, ਖੇਡ ਖੇਡੀ। ਤੇ ਜਦੋਂ NPA ਨਾਲ ਬੈਂਕ ਡੁੱਬਣ ਲੱਗੀ ਤਾਂ ਸਰਕਾਰ ਨੇ ਬਜਟ ਪ੍ਰੋਵੀਜ਼ਨ ਕਰਕੇ ਉਹ ਸਰਕਾਰੀ ਖਜ਼ਾਨੇ 'ਚੋਂ ਬੈਂਕ ਨੂੰ ਪੈਸੇ ਦਿੱਤੇ, ਫਿਰ ਤੁਹਾਡਾ ਪੈਸਾ। ਇਹ ਖੇਡ ਉੱਤੇ ਚੱਲਦੀ ਆਈ ਹੈ, ਅੱਜ ਵੀ ਚੱਲ ਰਹੀ ਹੈ। ਇਹ ਉਦੋਂ ਤੱਕ ਚੱਲੇਗੀ ਜਦ ਤੱਕ ਲੋਕ ਆਪਣੇ MPਆਂ ਨੂੰ, ਆਪਣੇ MLAਆਂ ਨੂੰ, ਆਪਣੇ ਮੰਤਰੀਆਂ ਨੂੰ ਘੇਰ ਘੇਰ ਕੇ ਸਵਾਲ ਨਹੀਂ ਕਰਦੇ ਭਈ ਦੇਸ਼ ਦੀ ਇਸ ਤਰ੍ਹਾਂ ਦੀ ਜਿਹੜੀ ਛੁਪਵੀਂ ਲੁੱਟ ਹੈ, ਜਿਹੜੀ ਸਭ ਤੋਂ ਵੱਡੀ ਲੁੱਟ ਹੈ, ਲੋਕਾਂ ਨੂੰ ਸਮਝ ਨਹੀਂ ਆਉਂਦੀ, ਉਹ ਕਿੱਦਣ ਬੰਦ ਕਰਨੀ ਹੈ। ਇਹ ਦੇਸ਼ ਗਰੀਬ ਨਹੀਂ, ਇਹ ਦੇਸ਼ ਕਿਸੇ ਤਰ੍ਹਾਂ ਵੀ ਗਰੀਬ ਨਹੀਂ। ਕੁਦਰਤ ਨੇ ਜਿੰਨੇ ਸੋਮੇ ਇਸ ਦੇਸ਼ ਨੂੰ ਬਖਸ਼ਿਆ, ਮੈਂ ਬੜੇ ਦੁਨੀਆ ਦੇ ਦੇਸ਼ਾਂ 'ਚ ਗਿਆ, 22-24 ਦੇਸ਼ਾਂ 'ਚ ਜਾ ਚੁੱਕਾ, ਇੰਨੇ ਸੋਮੇ ਕੁਦਰਤ ਨੇ ਕਿਸੇ ਦੇਸ਼ ਨੂੰ ਨਹੀਂ ਬਖਸ਼ੇ। ਮੈਂ ਸਮਝਦਾ ਸਾਡੀ ਬਦਕਿਸਮਤੀ ਹੈ, ਇਸ ਦੇਸ਼ ਨੂੰ ਜਿੰਨੇ ਸੋਮੇ ਬਖਸ਼ੇ, ਉਨੀ ਗੰਦੀ ਲੀਡਰਸ਼ਿਪ ਸਾਨੂੰ ਬਖਸ਼ ਦਿੱਤੀ। ਉਹਨਾਂ ਦੇਸ਼ਾਂ ਨੇ ਜਿਨ੍ਹਾਂ ਨੂੰ ਅੱਜ ਡਿਵੈਲਪਡ ਕੰਟਰੀ ਕਹਿੰਦੇ ਆ, ਉਹਨਾਂ ਨੇ ਆਪਣੀ ਨੇਸ਼ਨ ਦਾ ਇੱਕ ਕਰੈਕਟਰ ਬਿਲਡ ਕੀਤਾ। ਅੱਜ ਤੁਸੀਂ ਉੱਥੇ ਕਿਤੇ ਜਾ ਕੇ ਕੁਝ ਉਹਨਾਂ ਦੇ ਦੇਸ਼ ਦੇ ਖਿਲਾਫ ਬੋਲ ਕੇ ਦੇਖ ਲਓ ਤਾਂ ਗਲ ਪੈਂਦੇ ਨੇ ਆਮ ਬੰਦੇ। ਉਹਨਾਂ ਨੂੰ ਨੇਸ਼ਨ ਫਸਟ, ਵੱਡੇ ਤੇ ਵੱਡਾ ਲੀਡਰ ਜੇ ਐਡਾ ਅੰਦੋਲਨ ਹੋ ਜਾਏ, ਪ੍ਰਧਾਨ ਮੰਤਰੀ ਅਸਤੀਫਾ ਦੇ ਜਾਂਦਾ ਹੈ। ਉਹਨਾਂ ਨੇ ਇੱਕ ਕਰੈਕਟਰ ਬਿਲਡ ਕੀਤਾ ਹੈ, ਉਹਨਾਂ ਦਾ ਇੱਕ اخلاق ਹੈ, ਝੱਟ ਅਸਤੀਫਾ ਦੇ ਦਿੰਦੇ ਨੇ। ਇੰਨਾ ਟੈਸਟ 'ਚ ਨਹੀਂ ਪਾਉਂਦੇ ਉਹ ਲੋਕਾਂ ਨੂੰ ਜਿੰਨਾ ਟੈਸਟ 'ਚ ਤੁਸੀਂ ਪਿਓ ਯਾਰੋ। ਇੰਨੀ ਠੰਡ 'ਚ ਘਰ ਬਾਹਰ ਛੱਡ ਕੇ, ਜਿਹਨੂੰ ਤੁਸੀਂ ਅੰਨਦਾਤਾ ਕਹਿੰਦੇ ਹੋ, ਅੰਨਦਾਤਾ ਗਲ ਤੇ ਉੱਤੋਂ ਕਹਿੰਦੇ ਹੋ, ਉਹਨੂੰ ਇੱਥੇ ਤੁਸੀਂ ਟਰਾਲੀਆਂ 'ਚ ਸੁਤਾਇਆ ਹੋਇਆ। ਤੁਹਾਡੇ ਵੱਲੋਂ ਕੀ ਸਪੋਰਟ ਹੈ? ਕੁਝ ਵੀ ਨਹੀਂ, ਸਫਾਈ ਦੀ ਵੀ ਨਹੀਂ, ਕੋਈ ਲੈਟਰਿਨਸ ਨਹੀਂ, ਕੋਈ ਬਾਥਰੂਮ ਵੀ ਨਹੀਂ, ਜਿਹੜਾ ਸਰਕਾਰ ਦੀ ਮੁੱਢਲੀ ਡਿਊਟੀ ਹੁੰਦੀ ਹੈ, ਕੁਝ ਨਹੀਂ। ਤੇ ਤੁਸੀਂ ਉਹਨੂੰ ਇੱਥੇ ਸੜਕਾਂ ਤੇ ਬਿਠਾਇਆ ਹੋਇਆ ਹੈ, ਤੇ ਢੀਠਤਾਈ ਨਾਲ ਤੁਸੀਂ ਅੰਬਾਨੀਆਂ ਦੇ ਘਰ ਪੋਤੇ ਦੀ ਵਧਾਈ ਦੇਣ ਜਾਂਦੇ ਹੋ। ਤੋ ਇਹੋ ਜਿਹੀ ਸਰਕਾਰ ਨਾਲ ਅੱਜ ਉਹਨਾਂ ਦੇ ਮਨ ਵਿੱਚ ਇੱਕ ਗੱਲ ਕਰ ਗਈ, ਸਰਕਾਰ ਚਾਹੇ ਜਿਹਦੀ ਮਰਜ਼ੀ ਹੋਵੇ, ਯਾਦ ਰੱਖਿਓ ਮੇਰੀ ਗੱਲ, ਉਹ ਲੋਕਾਂ ਨੂੰ ਭੇਡਾਂ ਸਮਝਣ ਲੱਗ ਪਏ ਨੇ ਪੋਲੀਟੀਸ਼ੀਅਨ।
ਉਹ ਕਹਿੰਦੇ ਨੇ ਜਦੋਂ ਇਲੈਕਸ਼ਨ ਆਈ ਪੈਸਾ ਅੱਡ ਚਾਹੀਦਾ ਹੈ, ਟਿਕਟ ਦੇਣ ਵੇਲੇ ਪੈਸਾ ਪਹਿਲਾਂ ਪੁੱਛਿਆ ਜਾਂਦਾ ਕਿੰਨਾ ਖਰਚੇਗਾ। ਇਹਦਾ ਮਤਲਬ ਪੈਸੇ ਦੀ ਖੇਡ ਹੋ ਗਈ, ਕੋਈ ਸੇਵਾ ਭਾਵ ਦੀ ਖੇਡ ਨਹੀਂ। ਪੈਸਾ ਕਿੰਨਾ ਖਰਚੇਗਾ ਉਹ ਪੈਸੇ 'ਚ ਗਿਣਦਾ, ਇੰਨੀ ਸ਼ਰਾਬ, ਇੰਨੇ ਪੈਸੇ ਮੁੱਲ ਵੋਟ ਖਰੀਦਣ ਲਈ, ਇੰਨੇ ਬਹਿਕਾਉਣ ਲਈ, ਇੰਨੇ ਪਾਰਟੀਬਾਜ਼ੀ ਲਈ। ਉਹ ਕਰਕੇ ਇੱਕ ਵਾਰੀ ਬਣ ਗਿਆ, ਫਿਰ ਉਹ ਚੌਧਰੀ ਆ ਹੁਣ ਸਾਡੇ ਲੁਧਿਆਣੇ ਦਾ MP ਤੀ ਇੱਕ ਦਿਨ ਤੁਹਾਡੇ ਖਿਲਾਫ ਬੋਲ ਦਿੰਦਾ। ਬੇਅੰਤ ਸਿੰਘ ਦਾ ਪੋਤਾ, ਇੱਕ ਤਾਂ MLA ਹੈ, ਇੱਕ ਇੱਥੇ MP ਹੈ। ਪੈਰੇਟ ਬਟੇਰਾ ਆਇਆ, ਕੁਰਬਾਨੀ ਤਾਂ ਕੋਈ ਨਹੀਂ, ਦਾਦੇ ਦੀ ਸੀ, ਉਹਦੇ ਕਰਕੇ ਸਾਰਾ ਪਰਿਵਾਰ ਹੁਣ ਤੱਕ ਪਲੀ ਜਾਂਦਾ ਹੈ। ਤੇ ਮੈਨੂੰ ਤਾਂ ਲੱਗਦਾ ਜਿਵੇਂ ਬੈਲੈਂਸ ਹਿੱਲ ਗਿਆ ਹੁੰਦਾ ਉਹਦਾ। ਕਦੇ ਤਾਂ ਕਹਿ ਦਿੰਦਾ ਹੈ ਮੋਦੀ ਨੂੰ, ਅਮਿਤ ਸ਼ਾਹ ਨੂੰ, ਇਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ, ਇਹ ਖਾਲਿਸਤਾਨੀ ਨੇ। ਕਦੇ ਊਲ ਜਲੂਲ ਹੋਰ ਬੋਲ ਦਿੰਦਾ, ਮੈਨੂੰ ਲੱਗਦਾ ਉਹਨੂੰ ਪਤਾ ਵੀ ਨਹੀਂ ਹੋਣਾ ਮੇਰੇ ਮੂੰਹ ਕੀ ਨਿਕਲ ਗਿਆ। ਇਹੋ ਜਿਹੇ ਲੋਕ MP ਬਣਾਏ ਨੇ ਤੁਸੀਂ। ਔਰ ਮੈਂ ਤੁਹਾਨੂੰ ਭਰਾਵੋ ਹੋਰ ਇੱਕ ਗੱਲ ਕਹਿ ਕੇ ਸਮਾਪਤ ਕਰਾਂਗਾ। ਜਦੋਂ ਇਹ ਕਾਨੂੰਨ ਬਣੇ ਨੇ ਪਾਰਲੀਮੈਂਟ ਵਿੱਚ, ਜਦੋਂ ਪੇਸ਼ ਹੋਏ, ਇੱਕ ਹੜ ਜਿਹਾ ਆ ਗਿਆ ਮੇਰੇ ਕੋਲ ਰੋਜ਼ ਟੈਲੀਫੋਨਾਂ ਦਾ, ਕੋਈ ਕਾਂਗਰਸੀ MP, ਕੋਈ ਆਮ ਆਦਮੀ ਪਾਰਟੀ ਦਾ MP, ਵੀ ਸਾਨੂੰ ਇੱਕ ਨੋਟ ਬਣਾ ਕੇ ਭੇਜੋ, ਅਸੀਂ ਬੋਲਣਾ। ਮੈਂ ਕਿਹਾ ਫਿਰ ਤੁਸੀਂ ਕੀ ਹੋ? ਜੇ ਮੇਰੇ ਬਣਾਏ ਨੋਟ ਤੇ ਹੀ ਤੁਸੀਂ ਬੋਲਣਾ ਹੈ ਤੇ ਫਿਰ ਤੁਸੀਂ ਕੀ ਹੋ? ਤੁਹਾਡੀ ਕੀ ਅਹਿਮੀਅਤ ਹੈ? ਤੁਸੀਂ ਕੀ ਮਿਹਨਤ ਕਰਦੇ ਹੋ? ਚਾਹੀਦਾ ਇਹ ਹੈ ਇਹਨਾਂ ਨੂੰ ਵੀ ਇਹ ਕੱਲੇ ਜਿਹੜੇ ਬਿੱਲ ਪੇਸ਼ ਹੁੰਦੇ ਆ ਉਹਦੀ ਤਹਿ ਤੱਕ ਜਾਣ। ਐਡੀ ਵੱਡੀ ਲਾਇਬ੍ਰੇਰੀ ਬਣੀ ਹੋਈ ਹੈ ਪਾਰਲੀਮੈਂਟ ਦੇ ਵਿੱਚ, 17 ਸਾਲਾਂ ਦੀਆਂ ਕਾਰਵਾਈਆਂ ਉੱਥੇ ਪਈਆਂ, ਪਰ ਜੇ ਕੋਈ ਮਿਹਨਤ ਕਰੇ ਤਾਂ ਹੈ ਨਾ। ਉੱਥੇ ਤਾਂ ਕਿਸੇ ਨੇ ਜਾਣਾ ਹੀ ਨਹੀਂ। ਪਾਰਲੀਮੈਂਟ ਦੀ ਜਾ ਕੇ ਕੰਟੀਨ ਵਿੱਚ ਮਾਲ ਮੂਲ ਛਕ ਲਿਆ ਤੇ ਬਾਹਰ 10 ਉਹਦੇ ਝੋਲੀ ਚੁੱਕ ਖੜੇ ਹੁੰਦੇ ਨੇ, ਜੀ ਹਜ਼ੂਰੀ ਕੀਤੀ, ਆ ਕੇ ਆਪਣੇ ਫਲੈਟ 'ਚ ਟਿਕ ਗਏ। ਕੋਈ ਕਿਸੇ ਨੂੰ ਤੁਹਾਡੀ ਚਿੰਤਾ ਨਹੀਂ। ਅੱਜ ਮੈਂ ਸਮਝਦਾ ਇਹ ਵੀ ਇੱਕ ਤਾਕਤ ਹੈ ਇਸ ਅੰਦੋਲਨ ਦੀ, ਜਿਹੜੇ ਤੁਸੀਂ ਪੋਲੀਟੀਕਲ ਲੋਕਾਂ ਨੂੰ ਸਟੇਜ ਤੋਂ ਦੂਰ ਰੱਖਿਆ। ਇਹ ਬਹੁਤ ਵੱਡੀ ਤਾਕਤ ਹੈ। ਮੈਂ ਹੁਣ ਇੱਕ ਬੇਨਤੀ ਹੋਰ ਕਰਨੀ ਹੈ, ਆਪਣੇ ਬੱਚਿਆਂ ਨੂੰ ਫੇਰ ਕਰਨੀ ਹੈ। ਮੈਂ ਅੱਗੇ ਵੀ ਉਹਨਾਂ ਨੂੰ ਕਰਦਾ, ਪਰ ਮੈਨੂੰ ਪਤਾ ਹੈ ਵੀ ਮੇਰੀ ਗੱਲ ਉਹਨਾਂ ਨੇ ਧਰਤੀ ਤੇ ਕਦੇ ਸੁੱਟੀ ਨਹੀਂ, ਉਹਦੇ ਤੇ ਅਮਲ ਸ਼ੁਰੂ ਕਰ ਦਿੰਦੇ ਨੇ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ। ਅੱਜ ਮੈਂ ਬੇਨਤੀ ਫੇਰ ਇਹ ਕਰਨੀ ਹੈ, ਬਹੁਤ ਕੁਝ ਤੁਸੀਂ ਕਰ ਦਿੱਤਾ, ਪਰ ਆਲੇ ਦੁਆਲੇ ਜਿਹੜੇ ਡੈਕ ਵਜਾਉਂਦੇ ਭੱਜੇ ਫਿਰਦੇ ਨੇ ਬੱਚੇ ਸਾਡੇ, ਟਰੈਕਟਰ ਤੇ ਉੱਚੀ ਆਵਾਜ਼ ਵਿੱਚ ਡੈਕ ਵੱਜਦਾ, ਲੱਚਰ ਗੀਤ ਵੱਜਦੇ ਨੇ, ਜਾਂ ਭੜਕਾਊ ਗੀਤ, ਭਾਵੇਂ ਨਾ ਲੱਚਰਤਾ ਹੋਵੇ, ਭੜਕਾਊ ਗੀਤ ਵੱਜਦੇ ਨੇ, ਠੱਕ ਠੱਕ ਉਹਦੀ ਆਵਾਜ਼ ਆਉਂਦੀ ਹੋਵੇ, ਤੇ ਕੀ ਮਿਲਦਾ ਉਹਦੇ ਵਿੱਚੋਂ? ਬੱਚਿਓ ਮੈਨੂੰ ਦੱਸਿਓ ਤੁਸੀਂ। ਅਸੀਂ ਕਲੇਮ ਕਰਨ ਲੱਗ ਪਏ ਹਾਂ ਤੁਹਾਨੂੰ ਵੀ ਸਾਡੇ ਬੱਚੇ ਠੀਕ ਨੇ, ਸਰਕਾਰਾਂ ਗਲਤ ਨੇ। ਸਾਡੇ ਬੱਚਿਆਂ ਨੂੰ ਬਦਨਾਮ ਕਰਨ ਦੀ ਇੱਕ ਗਿਣੀ ਮਿਥੀ ਸਾਜ਼ਿਸ਼ ਹੈ। ਸਾਡੇ ਬੱਚੇ ਇਦਾਂ ਦੇ ਨਹੀਂ ਜਿੱਦਾਂ ਦੀਆਂ ਤੁਸੀਂ ਗੱਲਾਂ ਕਰਦੇ ਹੋ। ਮੈਂ ਜਦੋਂ ਇੱਥੋਂ ਕੁਝ ਕਹਿ ਕੇ ਜਾਣਾ, ਤੁਸੀਂ ਜਦੇ ਅਮਲ ਸ਼ੁਰੂ ਕਰ ਦਿੰਦੇ ਹੋ। ਮੈਂ ਕਿਵੇਂ ਨਾ ਵਿਸ਼ਵਾਸ ਕਰਾਂ ਵੀ ਸਾਡੇ ਬੱਚੇ ਲੀਤੇ ਨੇ? ਤਾਂ ਮੇਰੀ ਤੁਹਾਨੂੰ ਬੇਨਤੀ ਹੈ, ਆ ਜਿਹੜੇ ਡੈਕ ਵਜਾਉਣ ਵਾਲੇ ਨੇ ਇਹਨਾਂ ਨੂੰ ਹੱਥ ਜੋੜ ਕੇ ਰੋਕੋ। ਇੱਕ ਜਿਹੜਾ ਨਿਸ਼ਾਨ ਸਾਹਿਬ ਹੈ, ਇਹ ਸਾਡੇ ਧਾਰਮਿਕ ਗੁਰੂ ਜਿਹੜੇ ਗੁਰਬਾਣੀ ਵਿੱਚੋਂ ਸਾਨੂੰ ਸੇਧ ਦਿੰਦੇ ਨੇ, ਉਹਨਾਂ ਨੂੰ ਬੇਨਤੀ ਕਰਾਂਗਾ। ਜਿੰਨਾ ਕੁ ਮੈਂ ਸਮਝਦਾ, ਮੈਂ ਇਹਦੇ 'ਚ ਬਿਲਕੁਲ ਪਰਫੈਕਟ ਨਹੀਂ, ਪਰ ਮੈਂ ਸਮਝਦਾ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ ਉੱਥੇ ਨਿਸ਼ਾਨ ਸਾਹਿਬ ਜ਼ਰੂਰੀ ਹੁੰਦਾ ਹੈ। ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ, ਉੱਥੇ ਨਿਸ਼ਾਨ ਸਾਹਿਬ ਲਾ ਲੈਣਾ ਸਾਡੇ ਵਿਰੋਧੀਆਂ ਨੂੰ ਖਾਲਿਸਤਾਨੀ ਕਹਿਣ ਦਾ ਆਧਾਰ ਬਣਦਾ ਹੈ। ਤੁਸੀਂ ਆਏ ਹੋ ਇੱਥੇ ਕੁਰਬਾਨੀ ਦੇਣ, ਤੇ ਘੱਟੋ ਘੱਟ ਇੰਨਾ ਕੁ ਤਾਂ ਖਿਆਲ ਰੱਖੋ, ਜੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਤੇ ਫਿਰ ਇਹ ਇੰਨੀ ਛੋਟੀ ਗੱਲ ਜੇ ਨਾ ਕਰੋਗੇ ਤਾਂ ਕੋਈ ਫਰਕ ਨਹੀਂ ਪੈਂਦਾ। ਬੜਾ ਤੁਹਾਨੂੰ ਮਹਿਸੂਸ ਹੋਏਗਾ, ਪਰ ਮੈਂ ਤੁਹਾਡਾ ਬਜ਼ੁਰਗ ਹੋਣ ਦੇ ਨਾਤੇ ਤੁਹਾਡੇ ਖਿਮਾ ਚਾਹੁੰਦਾ। ਸਾਡੇ ਧਾਰਮਿਕ ਗੁਰੂ ਸਾਹਿਬਾਨ ਸਮਝਾਉਣ ਉਹਨਾਂ ਲੋਕਾਂ ਨੂੰ ਵੀ ਨਹੀਂ, ਇਹ ਤੋਂ ਥੋੜਾ ਗੁਰੇਜ਼ ਕਰੋ। ਆ ਜਿਹੜੀਆਂ ਸਾਡੇ ਕੋਲ ਛਾਉਣੀਆਂ ਪਈਆਂ ਨਿਹੰਗ ਸਿੰਘਾਂ ਦੀਆਂ, ਗੁਰੂ ਕੀ ਲਾਡਲੀ ਫੌਜ ਹੈ, ਸਾਡਾ ਵਿਰਸਾ ਹੈ। ਉਹ ਕਈ ਵਾਰੀ ਜਦੋਂ ਘੋੜਿਆਂ ਤੇ ਤੁਰੇ ਫਿਰਦੇ ਨੇ, ਹੈ ਤਾਂ ਸਾਡਾ ਵਿਰਸਾ ਨਾ, ਇਹ ਤਾਂ ਸ਼ੁਰੂ ਤੋਂ ਪਰੰਪਰਾ ਹੈ ਸਾਡੀ। ਸਾਡੀ ਫੌਜ ਤੁਰਦੀ ਫਿਰਦੀ ਰਹੀ ਹੈ। ਗੁਰੂ ਸਾਹਿਬ
ਇਹ ਪਰੰਪਰਾ ਸਾਨੂੰ ਦੇ ਗਏ। ਉਹ ਜਦ ਅੱਗੇ ਬੈਠੇ ਆ ਨਾ, ਸਾਡੇ ਵਿਰੋਧੀ ਕਹਿੰਦੇ ਜੀ ਇਹ ਤਾਂ ਜੀ ਖਾਲਿਸਤਾਨ ਦੀ ਗੱਲ ਕਰਨ ਨੂੰ ਬਿਠਾਏ ਹੋਏ ਆ। ਮੈਂ ਉਹਨਾਂ ਨੂੰ ਹੱਥ ਜੋੜ ਕੇ ਉਹਨਾਂ ਦੇ ਮੁਖੀਆਂ ਨੂੰ ਵੀ, ਟੈਲੀਫੋਨ ਤੇ ਸਾਡੇ ਓਂਕਾਰ ਸਿੰਘ ਹੋਰਾਂ ਨੇ, ਉਹਨਾਂ ਦੇ ਕੋਈ ਸੰਬੰਧ ਨੇ, ਉਹਨਾਂ ਦੇ ਹੈਡਸ ਨੂੰ ਬੇਨਤੀ ਕੀਤੀ ਹੈ। ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਕਿਰਪਾ ਕਰੋ, ਸਾਨੂੰ ਪਤਾ ਤੁਹਾਡੇ ਅੰਦਰ ਜਜ਼ਬਾ ਸਾਡੇ ਨਾਲੋਂ ਘੱਟ ਨਹੀਂ, ਸਾਨੂੰ ਪਤਾ ਤੁਸੀਂ ਸਾਡੇ ਹੋ, ਤੁਸੀਂ ਸਾਡੇ ਨਾਲੋਂ ਘੱਟ ਕੁਰਬਾਨੀ ਦੇਣਾ ਨਹੀਂ ਜਾਣਦੇ, ਸਾਤੋਂ ਅੱਗੇ ਹੋ 4 ਕਦਮ। ਸਾਨੂੰ ਪਤਾ ਹੈ ਤੁਹਾਨੂੰ ਵੀ ਇਸ ਅੰਦੋਲਨ ਨਾਲ ਦਰਦ ਹੈ, ਪਰ ਜੇ ਕਿਤੇ ਕੋਈ ਇਲਜ਼ਾਮ ਲੱਗਦਾ ਹੋਵੇ ਸਾਡੇ ਤਾਂ ਹੈਗੇ ਨਾ, ਫਿਰ ਸਾਡਾ ਖਿਆਲ ਵੀ ਰੱਖੋ। ਮੇਰੀ ਬੇਨਤੀ ਹੈ ਛਾਉਣੀ ਕਿਤੇ ਹੋਰ ਲੈ ਜਾਓ, ਜਿੱਥੇ ਜੰਗ ਦਾ ਮੈਦਾਨ ਬਣੂ। ਅਸੀਂ ਆਪਣੀ ਇਸ ਫੌਜ ਨੂੰ ਬੁਲਾ ਲਾਂਗੇ, ਇਸ ਫੌਜ ਨੂੰ ਬੁਲਾਵਾਂਗੇ ਜ਼ਰੂਰ। ਜਿਸ ਦਿਨ ਸਮਾਂ ਆਇਆ ਉਦੋਂ, ਹੁਣ ਤਾਂ ਹੈ ਹੀ ਨਹੀਂ, ਹੁਣ ਤਾਂ ਸ਼ਾਂਤਮਈ ਅੰਦੋਲਨ ਚੱਲਦਾ ਹੈ। ਅੱਜ ਦੇ ਸਮੇਂ 'ਚ ਤਾਂ ਲੋੜ ਨਹੀਂ ਹਾਲੇ, ਤੁਸੀਂ ਇਹਦੀ ਪ੍ਰੈਕਟਿਸ ਟਿਕੋਗੇ। ਫੌਜ ਹਮੇਸ਼ਾ ਪ੍ਰੈਕਟਿਸ ਕਰਦੀ ਰਹਿੰਦੀ ਹੈ, ਕਿਤੇ ਮੈਦਾਨ 'ਚ ਜਾ ਕੇ ਪ੍ਰੈਕਟਿਸ ਕਰੋ। ਇੱਥੋਂ ਕਿਰਪਾ ਕਰਕੇ ਆਪਣੀ ਛਾਉਣੀ ਪੱਟੋ, ਕਿਤੇ ਨਵੀਂ ਜਗ੍ਹਾ ਲੈ ਜਾਓ। ਮੈਂ ਧੰਨਵਾਦੀ ਹੋਵਾਂਗਾ ਅੰਦੋਲਨ ਵੱਲੋਂ, ਸਾਰੇ ਆਪਣੇ ਸਾਥੀ ਆਗੂਆਂ ਵੱਲੋਂ, ਜੇ ਮੇਰੀ ਇਹ ਬੇਨਤੀ ਨੂੰ ਪ੍ਰਵਾਨ ਕਰ ਲੈਣ ਤਾਂ। ਮੈਂ ਧੰਨਵਾਦੀ ਹੋਵਾਂਗਾ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਟਰਾਲੀਆਂ ਦੇ ਉੱਤੇ ਨਿਸ਼ਾਨ ਸਾਹਿਬ ਲਾਏ ਹੋਏ ਹੈ, ਉਹ ਥੋੜਾ ਗੁਰੇਜ਼ ਕਰਨ। ਮੈਂ ਧੰਨਵਾਦੀ ਹੋਵਾਂਗਾ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਕਿਸਾਨ ਜਥੇਬੰਦੀਆਂ ਤੋਂ ਬਿਨਾਂ ਹੋਰ ਇਧਰੋਂ ਉਧਰੋਂ ਧਾਰਮਿਕ ਰੰਗ ਦੇਣ ਵਾਲੇ ਝੰਡੇ ਲਾਏ ਹੋਏ ਹੈ, ਉਹ ਵੀ ਜੇ ਗੁਰੇਜ਼ ਕਰਨ ਤਾਂ ਬਹੁਤ ਬਹੁਤ ਧੰਨਵਾਦ। ਅੱਜ ਇਹ ਅੰਦੋਲਨ ਤੁਹਾਡਾ ਆਪਣਾ ਹੈ, ਇਹ ਅੰਦੋਲਨ ਕਿਸਾਨਾਂ ਦਾ ਹੀ ਨਹੀਂ, ਸਾਰੇ ਦੇਸ਼ ਦਾ, ਕਿਉਂਕਿ ਇਹ ਕਾਨੂੰਨਾਂ ਨਾਲ ਦੇਸ਼ ਦਾ ਅਰਥਚਾਰਾ ਹਿੱਲ ਜਾਂਦਾ ਹੈ। ਅਰਥਚਾਰਾ ਹਿੱਲ ਗਿਆ ਤਾਂ ਸਾਰਾ ਦੇਸ਼ ਉੱਜੜ ਪੁੱਜੜ ਜਾਏਗਾ। ਤੁਸੀਂ ਸਾਰੇ ਪੰਜਾਬ ਵਾਲੇ ਧੁਰਾ ਬਣ ਕੇ ਜੇ ਖੜੇ ਹੋ ਤਾਂ ਪੰਜਾਬ ਵਾਲੇ ਇਹ ਮੋਢਿਆਂ ਤੇ ਚੱਕੋ ਭਾਰ ਡਿਸਪਲਿਨ ਦਾ, ਸ਼ਾਂਤਮਈ ਰਹਿਣ ਦਾ ਭਾਰ ਚੁੱਕੋ ਮੋਢਿਆਂ ਤੇ, ਔਰ ਇਹਨੂੰ ਸਾਰੇ ਕੁਝ ਨੂੰ ਜੋ ਸਾਡੇ ਵਿੱਚ ਇਦਾਂ ਦਾ ਇਧਰੋਂ ਉਧਰੋਂ ਆ ਗਿਆ ਉਹਨੂੰ ਬਾਹਰ ਕੱਢੋ। ਮੈਂ ਅਪੀਲ ਕਰਦਾ ਅਖੀਰ 'ਚ ਫੇਰ ਮੇਰੀ ਇਹ ਬੇਨਤੀਆਂ ਤੁਸੀਂ ਪ੍ਰਵਾਨ ਕਰੋਗੇ। ਇਹਨਾਂ ਕਹਿੰਦਾ ਕਿ ਮੈਂ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।